दरिंदे ਵੱਲੋਂ ਪਹਿਲਾਂ ਤਾਂ ਬੇਰਹਿਮੀ ਦੇ ਨਾਲ ਉਸ ਛੋਟੀ ਜੀ ਬੱਚੀ ਦੇ ਨਾਲ ਜਿਹੜਾ ਰੇਪ ਕੀਤਾ ਜਾਂਦਾ ਹੈ ਤੇ ਰੇਪ ਕਰਨ ਤੋਂ ਬਾਅਦ ਉਸ ਨੂੰ ਮਾਰ ਕੇ ਇੱਕ ਬੋਰੀ ਦੇ ਵਿੱਚ ਬੰਦ ਕਰਕੇ ਉਸ ਨਿੱਜੀ ਫੈਕਟਰੀ ਦੀ ਕੰਧ ਤੋਂ ਬਾਹਰ ਸੁੱਟ ਦਿੱਤਾ ਜਾਂਦਾ ਹੈ। उम्र कितनी थी उसकी? 3.5 साल। 3.5 साल जी। पहले उसका खुलवा रहे थे गेट ना, तो पहले खोल नहीं रहा था। हाँ। सब जानना कि नाइट ड्यूटी लगा के सोया है। हाँ जी। तो सारे बंदे गए चौकीदार तक, ये नहीं खोल रहा है, तब तक ले मौका पाया, बोरी भी फेंक दिया उस पर। जब आया तब ताला तोड़ने लगे सब, तो खोले गया तो सब नंगे पाया उसको। ब्लड लगा हुआ था बिस्तर पर भी, और हाथ धो रहा था, शरीर पर भी लगा हुआ था। जैसा तड़पी है उसी तरह तड़पा के मार दो जानते। ਸਾਨੂੰ ਸੁਣਨ ਦੇ ਵਿੱਚ ਆ ਰਿਹਾ ਤੁਸੀਂ ਕਹਿ ਰਹੇ ਹੋ ਆ ਕੇ ਵੀ ਕੁਝ ਬੋਲਣਾ ਨਹੀਂ ਹੈਗਾ, ਕਿਸੇ ਨੂੰ ਦੱਸਣਾ ਨਹੀਂ ਹੈਗਾ। ਕੀ ਕੰਮ ਕਰਦੇ ਨੇ ਜੀ? तकरीबन 150-200 के आसपास। ਉੱਥੇ ਲੜਕੀਆਂ ਕਿੰਨੀਆਂ ਨੇ? लड़कियां 35-40 ਤੇ होंगी। 35-40 ਲੜਕੀਆਂ ਦਾ ਜ਼ਿੰਮੇਵਾਰ ਕੌਣ ਹੈ ਜੀ? ਪ੍ਰਵਾਸੀ ਬੰਦਾ ਸੀ, ਉਹੀ ਕਰ ਗਿਆ ਗਲਤੀ, ਅਸੀਂ ਕਰ ਸਕਦੇ ਬਸ ਇਹਦਾ ਪੂਰਾ ਮਤਲਬ ਕੰਟਰੋਲ ਕਰਨਾ। ਹਰਦੋਈ ਜ਼ਿਲ੍ਹੇ ਦਾ ਰਹਿਣ ਵਾਲਾ ਭਾਨੂ ਸੀ, 32 ਸਾਲ ਦੀ ਇਹਦੀ ਉਮਰ ਹੈਗੀ ਹੈ। ਇਹ ਬੰਦਾ ਉਦੋਂ ਨਸ਼ੇ ਦੇ ਵਿੱਚ ਸੀਗਾ, ਨਸ਼ੇ ਦੇ ਜਿਹੜੇ ਨਸ਼ੇ ਦੇ ਲੋੜ 'ਚ ਇਹਨੇ ਬਹੁਤ ਹੀ ਜਿਹੜੀ ਆ ਮਾੜੀ ਨਿਰਦਈ ਜਿਹੜੀ ਆ ਇਹ ਹਰਕਤ ਕੀਤੀ ਹੈਗੀ ਹੈ। ਸਤਿ ਸ੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ। ਇੱਕ ਅਜਿਹੀ ਘਟਨਾ ਦੱਸਣ ਜਾ ਰਿਹਾ ਕਿ ਜਿਸ ਨੂੰ ਸੁਣਦੇ ਸਾਰ ਹੀ ਤਕਰੀਬਨ ਸਾਰਿਆਂ ਦਾ ਜਿਹੜਾ ਹਿਰਦਾ ਬਲੂੰਦਰਿਆ ਜਾਣਾ ਤੇ ਅੱਖਾਂ ਦੇ ਵਿੱਚੋਂ ਉਹ ਪਾਣੀ ਆਪਣੇ ਆਪ ਹੀ ਵਹਿਣ ਲੱਗ ਜਾਣਾ। ਤੁਹਾਨੂੰ ਦੱਸ ਦਈਏ ਕਿ ਜਿਸ ਦੇਸ਼ ਦੇ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਬੜੇ ਹੁੱਬ ਕੇ ਨਾਅਰੇ ਦਿੱਤੇ ਜਾਂਦੇ ਸੀ, ਉਸ ਦੇਸ਼ ਦੇ ਵਿੱਚ ਧੀਆਂ ਸੁਰੱਖਿਅਤ ਨਹੀਂ ਹਨ। ਕਿਉਂ ਨਹੀਂ ਹਨ? ਤੁਹਾਨੂੰ ਦੱਸ ਦਈਏ ਕਿ ਇਤਿਹਾਸਕ ਧਰਤੀ ਕੁੱਪਰਹੀੜਾ ਦੇ ਕੋਲੇ ਇੱਕ ਕਿਸੇ ਨਿੱਜੀ ਫੈਕਟਰੀ ਦੇ ਵਿੱਚ ਇੱਕ ਪ੍ਰਵਾਸੀ ਪਰਿਵਾਰ ਹੈ ਜਿਹੜਾ ਉਹ ਉੱਥੇ ਰਹਿੰਦਾ ਸੀ। ਤਕਰੀਬਨ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਇੱਕ 3.5 ਸਾਲ ਦੀ ਛੋਟੀ ਜੀ ਫੁੱਲਾਂ ਵਰਗੀ ਨਾਜ਼ੁਕ ਜੀ ਬੱਚੀ ਤੇ ਜਿਸ ਦੇ ਨਾਲ ਅਣਹੋਣੀ ਵਾਪਰ ਜਾਂਦੀ ਹੈ। ਇੱਕ ਪ੍ਰਵਾਸੀ ਵੱਲੋਂ ਹੀ ਉਸ ਪ੍ਰਵਾਸੀ ਪਰਿਵਾਰ ਦੀ ਛੋਟੀ ਜਿਹੀ ਲੜਕੀ ਦੇ ਨਾਲ ਜਿਹੜਾ ਰੇਪ ਕੀਤਾ ਜਾਂਦਾ ਹੈ। ਬੜੀ ਸ਼ਰਮਨਾਕ ਘਟਨਾ ਤੁਹਾਨੂੰ ਕਹਿ ਲਈਏ ਵੀ ਇਹ ਜਿਹੜੀ ਵਾਪਰੀ ਆ ਉਸ ਇਤਿਹਾਸਕ ਧਰਤੀ ਦੇ ਉੱਤੇ, ਜਿਸ ਧਰਤੀ ਦੇ ਉੱਤੇ ਧੀਆਂ ਬਚਾਉਣ ਦੀ ਗੱਲ ਕੀਤੀ ਜਾਂਦੀ ਹੈ, ਜਿਸ ਦੇਸ਼ ਦੇ ਵਿੱਚ ਧੀਆਂ ਬਚਾਉਣ ਨੂੰ ਵੱਡੇ ਪੋਸਟਰ ਲਗਾਏ ਜਾਂਦੇ ਨੇ, ਨਾਅਰੇ ਦਿੱਤੇ ਜਾਂਦੇ ਨੇ ਬੇਟੀ ਪੜਾਓ ਬੇਟੀ ਬਚਾਓ ਦਾ, ਤੇ ਉਹ ਸਾਰੇ ਜ਼ਮੀਨੀ ਪੱਧਰ ਤੇ ਆ ਕੇ ਜ਼ੀਰੋ ਹੋ ਜਾਂਦੇ ਨੇ। ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਘਟਨਾ ਸੀ ਸੁੰਨਸਾਰ ਇਲਾਕੇ ਦੇ ਵਿੱਚ ਨਮੂਸੀ ਫੈਲ ਜਾਂਦੀ ਹੈ। ਇਲਾਕੇ ਦਾ ਹਰ ਇੱਕ ਇਨਸਾਨ ਦਾ ਦਿਲ ਜਿਹੜਾ ਉਹ ਪਸੀਜ ਜਾਂਦਾ ਹੈ, ਉਹ ਰੋਣ ਲੱਗ ਜਾਂਦਾ ਦਿਲ ਇਸ ਘਟਨਾ ਨੂੰ ਸੁਣਦੇ ਸਾਰ ਹੀ। ਉਸ ਦਰਿੰਦੇ ਵੱਲੋਂ ਪਹਿਲਾਂ ਤਾਂ ਬੇਰਹਿਮੀ ਦੇ ਨਾਲ ਉਸ ਛੋਟੀ ਜੀ ਬੱਚੀ ਦੇ ਨਾਲ ਜਿਹੜਾ ਰੇਪ ਕੀਤਾ ਜਾਂਦਾ ਹੈ ਤੇ ਰੇਪ ਕਰਨ ਤੋਂ ਬਾਅਦ ਉਸ ਨੂੰ ਮਾਰ ਕੇ ਇੱਕ ਬੋਰੀ ਦੇ ਵਿੱਚ ਬੰਦ ਕਰਕੇ ਉਸ ਨਿੱਜੀ ਫੈਕਟਰੀ ਦੀ ਕੰਧ ਤੋਂ ਬਾਹਰ ਸੁੱਟ ਦਿੱਤਾ ਜਾਂਦਾ ਹੈ ਤਾਂ ਕਿ ਲਾਸ਼ ਨੂੰ ਹੈ ਜਿਹੜਾ ਸ਼ਾਇਦ ਕੋਈ ਕੁੱਤੇ ਬਿੱਲੇ ਜਾਂ ਕੁਛ ਏਦਾਂ ਹੀ ਖੁਰਦ-ਬੁਰਦ ਕੀਤਾ ਜਾ ਸਕੇ। ਪਰ ਮੌਕਾ ਰਹਿੰਦੇ ਕਿਸੇ ਉੱਥੇ ਰਾਹਗੀਰਾਂ ਦੇ ਵੱਲੋਂ ਦੇਖਿਆ ਗਿਆ ਤੇ ਮਾਪਿਆਂ ਵੱਲੋਂ ਵੀ ਭਾਲ ਜਿਹੜੀ ਜਾਰੀ ਕੀਤੀ ਗਈ ਤੇ ਉਸ ਲੜਕੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਤਕਰੀਬਨ ਜੇ ਕਹਿ ਲਈਏ ਉਸ ਫੈਕਟਰੀ ਦੇ CCTV ਕੈਮਰੇ ਵੀ ਚੈੱਕ ਕੀਤੇ ਗਏ ਤੇ ਜਿਨ੍ਹਾਂ ਦੇ ਵਿੱਚ ਕੁਝ ਵੀ ਨਹੀਂ ਪਾਇਆ ਗਿਆ ਤੇ ਉਸ ਤੋਂ ਬਾਅਦ ਲੜਕੀ ਮਿਲਦੀ ਹੈ ਜਿਸ ਦੀ ਲਾਸ਼ ਲਹੂ ਦੇ ਨਾਲ ਲੱਥਪੱਥ ਮਿਲਦੀ ਹੈ ਤੇ ਉਸ ਨਾਲ ਰੇਪ ਹੋਇਆ ਸੀ। ਇਸ ਗੱਲ ਦੀ ਪੁਸ਼ਟੀ ਵੀ ਹੋ ਜਾਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਉਸ ਲੜਕੀ ਦੇ ਪਰਿਵਾਰਕ ਮੈਂਬਰ ਜਿਹੜੇ ਸਾਡੇ ਨਾਲ ਨੇ ਤੇ ਤਕਰੀਬਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਹਾਂਜੀ, ਕੀ ਨਾਮ है सर? इंद्रलोक कुमार। इंद्रलोक कुमार। तो जब आपको पता चला इस घटना के बारे में तो क्या कहना चाहोगे उसके बारे में कि क्या मांग रख रहे हो आप सरकार से? आप मांग तो यही कर रहे हैं कि जो हमारे साथ हुआ है और किसी के साथ होना नहीं चाहिए और उनको कड़ी से कड़ी सजा दे ताकि हमको तसल्ली मिले। बेटी का नाम क्या था उसका, लड़की का? सावित्री सुनने को आया शायद। सावित्री नाम था। ठीक है। हाँ। उम्र कितनी थी उसकी? 3.5 साल। 3.5 साल जी। तो पढ़ाई करती थी या घर? पढ़ाई नहीं करती थी। तो कितने बजे की बात है जब ये 10 बजे के बाद गायब है। सुबह या रात को? सुबह। हाँ। ਤੁਸੀਂ ਦੇਖ ਸਕਦੇ ਹੋ ਕਿ ਦਿਨ ਦਿਹਾੜੇ ਜਿਹੜਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਸ ਤੋਂ ਬਾਅਦ
ढूंढने की कोशिश नहीं हाँ, की? एक दो आधा घंटा तक तो ढूंढे। अब उसी बेड़े में जब तक थी ये, उसके बाद नहीं हुआ तो फोन किए मनीष को कि बच्ची नहीं मिल रही है, आप आकर देखो कहीं गई है। मनीष कौन है? इनके उसके पिता। उसके पिता। जी ठीक है। वो आकर ढूंढे तो उसे भी नहीं पता चला, तो गार्ड तर गए सीसी कैमरा पूछने के लिए। उसके बाद फिर उसमें भी नहीं पता चला, कोई बंदा बाहर भी नहीं गया है, अंदर भी नहीं गया है, तो कुड़ी गई कहाँ। इसीलिए शक हुआ, तो एक बेड़े का बंदा था, वो उसमें ही बंद किया था और मार के उसमें रख दिया था। मौका नहीं पा रहा था बाहर, बोरी के अंदर मार बोरी के अंदर। हाँ, ठीक है। बाहर फेंकने के लिए समय पा रहा था, कोई था इसीलिए नहीं फेंका। सारे बंदे गए बाहर, उसके बाद डरवारी से पार करा दिया, मतलब दीवार के ऊपर से बाहर गिरा दिया। तो मिले, पता कैसे चला घटना के बारे में कि हाँ जी? पहले उसका खुलवा रहे थे गेट ना, तो पहले खोल नहीं रहा था। हाँ, सब जानना कि नाइट ड्यूटी लगा के सोया है। हाँ जी। तो सारे बंदे गए, चौकीदार तक ये नहीं खोल रहा है, तब तक ले मौका पाया, बोरी भी फेंक दिया उस पर। उसके बाद जब आया सब ताला तोड़ने लगे सब, जब खोले गया तो सब नंगे पाया उसको। ब्लड लगा हुआ था बिस्तर पर भी, और हाथ धो रहा था, शरीर पर भी लगा हुआ था। इसीलिए उसी से पता चल गया, उसे आदमी कूटने शुरू कर। पुलिस अधिकारियों से बात किया, क्या बोला उन्होंने, क्या बात की, आपको क्या भरोसा दिया है? वो तो दिए कि फांसी सजा दिया जाएगी, यही तो तसल्ली दिया है। अब तो आप क्या मांग कर रहे हो? क्योंकि ये देश का कानून है, जैसे सऊदी अरब में कानून है कि उसको मौके पे वहीं फांसी दे दी जाती है अगर ऐसा कोई दुष्कर्म करता है। ऐसा दुष्कर्म के लिए तो तत्काली फैसला सर धल कलम ही कर देना अच्छा ही है। इसके लिए तो वही फैसला अच्छा है। हम लोग के लिए तो ही सहमत थे, मगर हम लोग वहाँ पे थे नहीं सरकार से यही मांग करते भाई। तो वहाँ पे एक कोई प्रवासी था, उसकी मार कुटाई हुई, क्या वही इंसान था जिसने रेप किया था? हाँ वही था। वही था। हाँ वही था। तो भीड़ ने उसको मारा भी बहुत है। हाँ, मारा भी है। तो पुलिस कब पहुंची वहां पे? अब पुलिस के लिए नहीं पूछ सकते हैं। हाँ। तो गलबात करांगे लड़की दे माता जी। आपको कब पता, आपने ढूंढा नहीं कि लड़की कहाँ गई आपकी? हम सारे जगह खोज रही थी, ढूंढ रही थी, कमरे में चान मारा, बाहर भी देखा, कैंटीन भी देखा, बाथरूम देखा, सब जगह हमने देख लिया, सारे जगह नहीं मिली हमारे लड़की। सीसीटीवी चेक किया, हस्बैंड को फोन किया हमने, तो खूब ढूंढा, उसके कमरे में मिला था। आपके पति कहाँ थे उस समय? ड्यूटी गए हुए थे? हाँ, हमारा पति ड्यूटी गया था। सुबह 10 बजे जब ये हुई है वारदात, उसके पहले आपके साथ ही खेल रही थी? हाँ, 10 बजे हमारे साथ थी। तो आपको किसने बताया कि आपकी बेटी वहां पे पड़ी है? हमने देखा था, वो हमारी लड़की मेरे साथ थी, हमने बर्तन धो कर आई थी, तभी हम लौटा था, हमारी लड़की नहीं थी। हमने ढूंढने की कोशिश किया, ढूंढ रही थी, पूरे जगह चान मारा, उसके बाद हमने देखा था। तो अब क्या मांग करते हो सरकार से, प्रशासन से, पुलिस प्रशासन से, कि क्या आप मांग कर रहे हो जो लड़की के साथ? हमारी लड़की जैसे तरह तरह का मरी है, उसके साथ हमें लड़की के बदले जान चाहिए। जैसा तड़पी है उसी तरह से तड़पा के मार दो जान से। किते ना किते उस मां दा दर्द है जिहड़ा ਅੱਖਾਂ ਰਾਹੀਂ ਝਲਕ ਰਿਹਾ ਤੇ ਉਹ ਨੰਨੀ ਜੀ ਬੱਚੀ ਹੈ ਜਿਹੜੀ ਇਸ ਵੇਲੇ ਇਸ ਮਾਂ ਦੀ ਗੋਦ ਦੀ ਕਹਿ ਲਈਏ ਜਿਹੜਾ ਸ਼ਿੰਗਾਰ ਸੀ ਉਹ ਇਸ ਵੇਲੇ ਇਸ ਮਾਂ ਦੇ ਨਾਲ ਨਹੀਂ ਹੈ। ਕਿਤੇ ਨਾ ਕਿਤੇ ਦਿਲ ਜਿਹੜਾ ਰੋਂਦਾ ਹੈ ਉਸ ਬੱਚੀ ਨੂੰ ਯਾਦ ਕਰ ਕਰਕੇ। ਇੱਕ ਬੇਹੱਦ ਸ਼ਰਮਨਾਕ ਘਟਨਾ ਤੇ ਜਿਸ ਦੇ ਵਿੱਚ ਕਹਿ ਲਈਏ ਵੀ ਸਾਡਾ ਵੀ ਸਿਰ ਨੀਵਾਂ ਹੁੰਦਾ ਕਿ ਜਿਸ ਦੇਸ਼ ਦੇ ਵਿੱਚ ਅਸੀਂ ਰਹਿੰਦੇ ਆ ਉਸ ਦੇਸ਼ ਦੇ ਵਿੱਚ ਨੇ ਜਿਹੜੀਆਂ ਧੀਆਂ ਸੁਰੱਖਿਅਤ ਨਹੀਂ ਹਨ। ਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਵੀ ਇੱਕ ਵੱਡਾ ਸਵਾਲ ਪੈਦਾ ਹੁੰਦਾ ਕਿ ਕੀ ਵੱਡੇ ਵੱਡੇ ਬੋਰਡ ਲਾ ਕੇ ਹੀ ਬੇਟੀਆਂ ਬਚਾਈਆਂ ਜਾ ਸਕਦੀਆਂ ਨੇ ਜੇਕਰ ਲੀਡਰਾਂ ਦੀ ਸਾਨੋ ਸੌਕਤ ਦੇ ਵਿੱਚ ਐਡੇ ਐਡੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਕਹਿ ਲਈਏ ਸਿਕਿਉਰਟੀਆਂ ਲਾਈਆਂ ਜਾਂਦੀਆਂ ਨੇ ਤਾਂ ਆਮ ਲੋਕਾਂ ਦੇ ਲਈ ਇਹ ਸਿਕਿਉਰਿਟੀ ਕਿਉਂ ਨਹੀਂ ਹੈ? ਹਮੇਸ਼ਾ ਜੇ ਕਹਿ ਲਈਏ ਵੀ ਗਰੀਬ ਹੀ ਹੈ ਉਹ ਕਿਉਂ ਮਾਰਿਆ ਜਾਂਦਾ? ਇੱਕ ਵੱਡਾ ਸਵਾਲ ਹੈ ਜਿਹੜਾ ਉਹ ਪੈਦਾ ਹੁੰਦਾ ਹੈ। ਤੇ ਹੁਣ ਦੇਖਾਂਗੇ ਵੀ ਅਗਲੀ ਕਾਰਵਾਈ ਕੀ ਹੁੰਦੀ ਹੈ ਤੇ ਉਸ ਲੜਕੀ ਦਾ ਪੋਸਟਮਾਰਟਮ ਕਰਨ ਦੇ ਲਈ ਪਿੱਛੇ ਤੁਸੀਂ ਦੇਖ ਸਕਦੇ ਹੋ ਮੋਰਚਰੀ ਡਿਪਾਰਟਮੈਂਟ ਹੈ ਤੇ ਇੱਥੇ ਵੀ
ਗੱਲਬਾਤ ਕਰਾਂਗੇ ਕਿ ਕੀ ਉਸ ਦੇ ਨਾਲ ਹੋਇਆ, ਜਿਹੜੀ ਪੁਸ਼ਟੀ ਹੋਈ ਹੈ ਜਾਂ ਉਸ ਦਰਿੰਦੇ ਦੇ ਨਾਲ ਜਿਹੜੀ ਉਸ ਦਾ ਮੈਡੀਕਲ ਹੋਇਆ ਹੈ ਤੇ ਕੀ ਰਿਪੋर्ट आई है। बने रहो पंजाबी लोक चैनल ਦੇ ਨਾਲ जी। क्या नाम है जी आपका? मेरा मनीष बिंद नाम है, कहाँ के रहने वाले हो? बिहार के, कहाँ काम करते थे? एपीएस कंपनी। वो जो बेटी के साथ दुर्व्यवहार हुआ है वो आपकी हाँ, बेटी है? उसी के साथ। आपकी बेटी मेरी है? बेटी है, क्या नाम था उसका? सावित्री। वो जो दरिंदा जिसने इसके साथ बलात्कार किया है वो कहाँ रहता था? उसी फैक्ट्री में रहता था। आपका आना जाना था उसके पास? नहीं, तो फिर वो आपके पास कैसे आया वहाँ पे? वो मेरे कुड़ी घूमते हुए गए तो उसको कुछ मोबाइल सोबाइल दिखाकर चाहे कुछ भी करके वो ले गया। हम्म। ले गया रूम में, बलात्कार किया। हम लोगों के मिला रूम का मेन रोड पे 5-6 कॉलोनी का। तो जब उसने रेप किया आपने ढूंढा नहीं? आपको पहले कॉल नहीं आई आपकी पत्नी की? मेरी बच्ची पत्नी नहीं आई मिली? थी, मेरी पत्नी आई, फोन करी। हाँ। फोन में रिसीव नहीं कर पाया तो एक बंदे भेजी। हाँ। बंदे भेजने के बाद मैं आया, तुरंत गेट पास लेकर हम सारे कॉलोनी छान मारने लगे, फिर भी नहीं मिला। उस बंदे का मैं रूम खुलवा रहे थे तो नहीं खोला, तो मैं गए सिक्योरिटी गार्ड वालों को लेके आए। सिक्योरिटी गार्ड वालों को लेकर आए, उसके बाद ढूंढवाए तो खुलवाएं तो खोला। उस समय कुछ सबूत अभी नहीं मिला था। उसके बाद मैं गए सारे अफसरों को लेके आए, बलबीर सर, जिम्मी सर, जीएम राणा सर थे। तो मैं बुला कर लेके आए, सारे खोजवाने लगे, नहीं मिली, फिर भी नहीं मिली मेरी बच्ची। उसके बाद मैं हम लोग एलसीसी कैमरे चेक कराए गेट से। हम लोग सोचे गेट चेक क्रॉसिंग नहीं न हो रही है तो गेट चेक करवाएं। तो जीएम सर बोले इसका गेट चेक करो, बच्ची का काम बात है। तो गेट चेक हुआ तो गेट से क्रॉस नहीं हुई थी। उसके बाद फिर सारे कॉलोनी का ताला तोड़ खोल देखा गया। तो उसके बाद 2 सिक्योरिटी गार्ड, एक सिक्योरिटी गार्ड वाला, एक फीटर गए बाहर गेट का। गए तो देखते हैं तो बच्ची को बोरे में करके फेंके गए थे, प्लास्टिक की बोरी मार के, हाँ, रेप करके। ठीक है। तो जब आपने उसका कमरा खुलवाया, जब उसका कमरे खुलवाने के बाद उसके बिस्तर पे ब्लड मिला। उसके बलबीर सर अथू खुलवाए पैंट, उसके पैंट से रंगा हुआ खून मिला, ब्लड मिला, ब्लड लगा हुआ था। उसके बिस्तर पे भी ब्लड लगा हुआ था। तो फिर उसने भागने की कोशिश नहीं की वहां से? वही कोसी रूम में पकड़ा गया था। हाँ। तो ठीक है। उसके बाद आपने पहले सीसीटीवी कैमरे नहीं, सीसीटीवी लगे होंगे आपकी फैक्ट्री में? हाँ, लगे हुए थे, करवाए, उसमें कुछ नहीं आया? कुछ नहीं आया। कैमरे तो चल रहे थे या बंद थे कैमरे? चल रहे थे कमरे सारे। हाँ, गेट का कमरा था। हाँ, गेट का कैमरा चल रहा था। हाँ। तो वहां से क्रॉस नहीं हुआ, दीवार के ऊपर से फेंक दिया? वो दीवार के ऊपर से कॉलोनी से फेंका। तो अब क्या मांग कर रहे हो आप पुलिस प्रशासन से, हमारे देश के माननीय प्रधानमंत्री से, हमारे पंजाब के मुख्यमंत्री से क्या मांग करते हो? क्योंकि एक फूलों सी बच्ची के साथ ये दुष्कर्म हुआ है। उस एरिया में तकरीबन आप सोच के चलो कि पहले ऐसा काम कभी हुआ नहीं। आप क्या डिमांड करते हो? मेरा डिमांड करता है यही, तो मेरा खून का बदला खून चाहिए, तो उसको मेरे को इंसाफ चाहिए। उस लड़कों को फांसी दीजिए, मेरे को इंसाफ चाहिए, इंसाफ चाहिए। सरकार से हम लोग का यही निवेदन है। फांसी दिया जाएगा, ऐसा काम भी दोबारा ना होना पाए, इसलिए कि नहीं रुकेगा तो फिर भी ये चलता रहेगा। सरकार की कमी है, थोड़ा इस पे ध्यान दीजिएगा। सरकार से हम यही निवेदन करते हैं, पंजाब सरकार से और प्रधानमंत्री से, कि ऐसा फिर हम लोग को देखने के ना किसी की बेटी ना उजरे। बेटी बचाओ बेटी पढ़ाओ का जो अभिमान चलाए हैं उसे निभाने की कोशिश करें। हम तो इस सरकार से निवेदन करते हैं कि हमारी बच्ची चली गई और किसी की बच्ची न जाए, या उसको फांसी के सजा देने के लिए ही हम लोग सरकार से निवेदन करते हैं और विनती भी करते हैं। फैक्ट्री तो जी तुम भज के जाने वाली थोड़े पिछे उधर आया। अच्छा, ਕਿਹੜੀ ਫੈਕਟਰੀ 'ਚ ਕੰਮ ਕਰਦੇ? ਏਪੀਐਸ ਦੇ ਵਿੱਚ। ਤੇ ਤੁਹਾਡੀ ਫੈਕਟਰੀ ਦੇ ਵਿੱਚ ਇੱਕ ਬੱਚੀ ਨਾਲ ਦੁਸ਼ਕਰਮ ਹੁੰਦਾ, 3 ਸਾਲ ਦੀ ਬੱਚੀ ਦੇ ਨਾਲ, ਤੇ ਪਰਿਵਾਰ ਨੂੰ ਤੁਸੀਂ ਕੀ ਭਰੋਸਾ ਦਿੱਤਾ ਜੀ ਫੈਕਟਰੀ ਵੱਲੋਂ? ਪਰਿਵਾਰ ਦੇ ਨਾਲ ਹੀ ਕੱਲ ਦੇ ਸੀ ਤਾਂ ਬੱਚੇ ਫਿਰਦੇ ਸਰ। ਤੁਹਾਡਾ ਸ਼ੁਭ ਨਾਮ ਕੀ ਹੈ ਜੀ? ਕੀ ਡੈਜ਼ਿਗਨੇਸ਼ਨ ਹੈ ਤੁਹਾਡੀ ਉੱਥੇ? ਮੈਂ ਪ੍ਰੋਡਕਸ਼ਨ ਦੇ ਦਾਂ। प्रोडक्शन ਤੇ ਹੈ ਤੁਸੀਂ ਸਰ? मेरा नाम जिम्मी सोफत है, मैं अपना जनरल मैनेजर मतलब कि ओवरऑल देखता हूँ।
ਠੀਕ ਹੈ, ਤੇ ਫੈਕਟਰੀ ਦੇ ਵੱਲੋਂ ਹੁਣ ਇਸ ਪ੍ਰਵਾਸੀ ਪਰਿਵਾਰ ਨੂੰ ਕੀ ਸਹੂਲਤ ਦਿੱਤੀ ਜਾਊਗੀ ਜੀ? ਕਿਉਂਕਿ ਸਾਨੂੰ ਸੁਣਨ ਦੇ ਵਿੱਚ ਆ ਰਿਹਾ, ਤੁਸੀਂ ਕਹਿ ਰਹੇ ਹੋ ਆ ਕੇ ਵੀ ਕੁਝ ਬੋਲਣਾ ਨਹੀਂ ਹੈਗਾ, ਕਿਸੇ ਨੂੰ ਦੱਸਣਾ ਨਹੀਂ ਹੈਗਾ। ਇਦਾਂ ਦੀ ਤਾਂ ਕੋਈ ਗੱਲ ਨਹੀਂ ਹੈ ਨਹੀਂ, ਅਸੀਂ ਤਾਂ ਹੀ ਆਏ ਆ ਸਰ। ਹੁਣ ਤੁਸੀਂ ਮੀਡੀਆ ਦੇਖ ਕੇ ਕਿਉਂ ਆਏ ਹੋ ਫਿਰ? ਤੁਸੀਂ ਭੱਜੇ ਕਿਉਂ ਉੱਥੋਂ? ਭੱਜੇ ਤਾਂ ਕੋਈ ਨਹੀਂ ਹੈਗੇ, ਹਾਂਜੀ, ਇੱਥੇ ਹੀ ਹੈ। ਨਹੀਂ ਉੱਥੋਂ ਅਸੀਂ ਆ ਜਾਂਦੇ ਨੇ ਬੰਦੇ ਦੇ। ਨਹੀਂ, ਅਸੀਂ ਇੱਥੇ ਖੜੇ ਸੀ, ਪਹਿਲਾਂ ਉੱਥੇ ਖੜ ਗਏ ਸੀ ਜਾ ਕੇ, ਹਾਂ, ਤੇ ਭੱਜਣਾ ਵੀ ਕਰ ਲਓ, ਅਸੀਂ ਖੜੇ ਨਾਲ ਖੜੇ ਸੀ। ਨਹੀਂ ਪਰਿਵਾਰ ਨੂੰ ਤੁਸੀਂ ਹੁਣ ਫੈਕਟਰੀ ਦੇ ਵੱਲੋਂ ਕੀ ਭਰੋਸਾ ਦਿਵਾਉਂਦੇ ਹੋ ਜੀ? ਅਸੀਂ ਮੈਨੇਜਮੈਂਟ ਨਾਲ ਗੱਲ ਕਰਕੇ ਉਸ ਤੋਂ ਬਾਅਦ ਫਿਰ ਡਿਸਾਈਡ ਕਰਦੇ कितने बंदे फैक्ट्री काम करते हैं जी? ਤਕਰੀਬਨ 150 200 ਦੇ ਆਸ-ਪਾਸ। लड़कियां कितनी ने? ਲੜਕੀਆਂ 35 40 ਤੇ ਹੋਣਗੀਆਂ। 35-40 ਲੜਕੀਆਂ ਦਾ ਜ਼ਿੰਮੇਵਾਰ ਕੌਣ ਹੈ ਜੀ? ਉਹਨਾਂ ਦੀ ਇੱਜ਼ਤ ਦਾ ਜ਼ਿੰਮੇਦਾਰ ਕੌਣ ਹੈ? ਜੇ ਇੱਕ ਛੋਟੀ ਬੱਚੀ ਨਾਲ ਹੋ ਸਕਦਾ, ਇਹ ਕੀ ਸਿਕਿਉਰਿਟੀ ਹੈ ਵੀ ਉੱਥੇ ਜਿਹੜੀਆਂ ਕੁੜੀਆਂ ਕੰਮ ਕਰ ਰਹੀਆਂ ਨੇ ਉਹਨਾਂ ਨਾਲ ਕੋਈ ਮਿਸਹੈਪਨਿੰਗ ਹੁੰਦੀ ਹੈ ਤਾਂ ਤੁਹਾਡੇ ਸੀਸੀਟੀਵੀ ਕੈਮਰੇ ਦੇ ਵਿੱਚ ਤੱਕ ਨਹੀਂ ਆਇਆ, ਸੁਣਨ ਦੇ ਵਿੱਚ ਆਇਆ ਉਹ ਬੰਦਾ? ਤੱਕ ਤਾਂ ਕੋਈ ਐਸੀ ਬਾਤ ਤਾਂ ਹੋਈ ਨਹੀਂ, ਕਿੰਨਾ ਟਾਈਮ ਹੋ ਗਿਆ। ਨਹੀਂ ਸਾਰੇ ਆਪਾਂ ਵੇਟ ਥੋੜੀ ਕਰਨੀ ਹੁੰਦੀ ਹੈ ਇਹ ਚੀਜ਼ ਦੀ। ਦੇਖੋ ਪੂਰੀ ਪਹਿਲਾਂ ਪੂਰਾ ਕੰਟਰੋਲ ਹੈ ਜੀ, ਹੁਣ ਪ੍ਰਵਾਸੀ ਬੰਦਾ ਸੀ ਉਹੀ ਕਰ ਗਿਆ, ਗਲਤੀ ਅਸੀਂ ਕਰ ਸਕਦੇ, ਬਸ ਇਹਦਾ ਪੂਰਾ ਮਤਲਬ ਕੰਟਰੋਲ ਕਰ ਰੱਖਿਆ। ਸਾਡੇ कोई ਜੇ ਬੰਦਾ ਗਲਤੀ ਨਾਲ ਅਸੀਂ ਕੱਢਣਾ ਕੀ ਕਹਿੰਦੇ ਸੀ ਆ ਕੇ? हो रहे थे कि आपको मिट्टी को कहाँ देना है, यहाँ पे अथू करना है या उधर करवाएंगे, क्या करना है भी निबेड़ो। हाँ हाँ। ਨਿਬੇੜ ਦੋ ਨਿਬੇੜ ਮਤਲਬ। ਦੋ। ਬੱਚੇ ਨੂੰ ਕਿੱਥੇ ਲੈ ਕੇ ਜਾਣਾ, ਕਿੱਥੇ ਪੈਦਾ ਕਰਨਾ ਜੋ, ਹਾਂ ਬਸ ਇਹ ਗੱਲ ਕਹੀ, ਹੋਰ ਤਾਂ ਕਹੀ ਨਹੀਂ ਕੁਛ। और फैक्ट्री की तरफ से कोई आश्वासन, कोई सुबह से पूछा? क्या भरोसा दिया गया फैक्ट्री की तरफ से? रीत जी आप इधर आइए, आप लड़की के पिता है ना? हाँ जी। तो क्या भरोसा दिया फैक्ट्री वालों ने आपको जहाँ पे आप काम कर रहे हो? थोड़े साथ कर देना। अभी मेरे को कुछ भरोसा नहीं है। कुछ नहीं है, डरना नहीं है किसी से, क्योंकि मेरी बात सुनिए, आपकी लड़की के जो साथ हुआ है वो किसी के साथ ना हो। आप ऐसा सोच के चलिए भी सभी बच्चियां वो आपकी बेटी हैं, ठीक है? तो क्या भरोसा दिया फैक्ट्री वालों ने आपको? अभी कुछ आपसे बात हुई, क्या आपको कोई सहूलत देने की बात की है फैक्ट्री की तरफ से? नहीं, अभी फैक्ट्री की तरफ से मेरे को कुछ मिलने के भी कुछ नहीं बना है। हाँ, ना मेरे को कुछ सहूलत मिला है। कि दोषी को फांसी, हम लोग दोषी के फांसी सोचते हैं। की जगह अपनी जगह पे होती है, दोषी को जिसकी दोषी है उसके लिए हम लोग कर रहे हैं कि उसको फांसी मिले, और बाकी सब तो साथ है। देखिए फैक्ट्री के मालिक या कोई आए हों आपके पास कल से आया कोई? मैनेजमेंट आप इधर आइए सर। मालिक अभी नहीं कोई नहीं आया, आया? मालिक अभी नहीं आया। कोई नहीं आया, किसी ने मालिक नहीं पूछा? आते। हम साहब थे, बुला दे एक बार हमारे, एक बार हम लोग बुलाए। पूछे। ਕੀ ਨਾਮ ਦੱਸਿਆ ਸੀ ਤੁਸੀਂ ਆਪਣਾ? जिम्मी है जी मेरा नाम। ਜਿਮੀ ਜੀ ਫੈਕਟਰੀ ਦੇ ਮਾਲਕਾਂ ਦੇ ਵੱਲੋਂ ਕੁਝ ਸਹਾਇਤਾ ਰਾਸ਼ੀ ਐਲਾਨ ਕੀਤੀ ਗਈ ਹੈ ਇਹਨਾਂ ਨੂੰ ਜੀ? ਸਰ ਹਜੇ ਡਿਸਾਈਡ ਕਰਦੇ ਆ ਉਹਨਾਂ ਨਾਲ, ਇਹ ਵਾਰਦਾਤ ਕੱਲ ਹੀ ਹੋਈ ਹੈ, ਹਜੇ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ, ਜਿਵੇਂ ਵੀ ਹੁੰਦੀ ਹੈ ਦੱਸ ਦਿਓ। ਕਿ ਸਾਰੇ ਸੀਸੀਟੀਵੀ ਕੈਮਰੇ ਵਰਕਿੰਗ ਨੇ ਜੀ ਫੈਕਟਰੀ ਦੇ ਵਿੱਚ ਨੇ ਜਿਹੜੇ? ਹਾਂਜੀ ਵਰਕਿੰਗ। ਟੋਟਲ ਸਾਰੇ ਵਰਕਿੰਗ ਨੇ? ਹਾਂਜੀ। ਤੇ ਉਹ ਦੋਸ਼ੀ ਹੈ ਜਿਹੜਾ ਫਿਰ ਜੋ ਬੱਚੀ ਨੂੰ ਬੋਰੀ ਦੇ ਵਿੱਚ ਪਾ ਕੇ ਲੈ ਕੇ ਗਿਆ ਸੀ, ਤੇ ਉਹ ਉਹਦੇ ਵਿੱਚ ਕਿਉਂ ਨਹੀਂ ਆਇਆ? ਇਹਨਾਂ ਨੇ ਕਿਹਾ ਵੀ, ਇਹਨਾਂ ਦੇ ਬਿਆਨ ਦੇ ਮੁਤਾਬਕ ਕਿਹਾ ਇਹਨਾਂ ਨੇ ਵੀ ਸੀਸੀਟੀਵੀ ਕੈਮਰੇ ਦੇ ਵਿੱਚੋਂ ਲਿਜਾਂਦਾ ਨਹੀਂ ਦਿਖਿਆ, ਗੇਟ ਦੇ ਕੋਲੋਂ ਉਹਨਾਂ ਨੇ ਬਾਹਰ ਸਿੱਟਿਆ ਸ਼ਾਇਦ ਬੋਰੀ। ਕਲੋਨੀ ਦੇ ਵਿੱਚ ਹੋਈ ਆ ਵਾਰਦਾਤ, ਕਲੋਨੀ ਦੀ ਕੰਧ ਟੱਪ ਕੇ ਉਹਨੇ ਸਿੱਟੀ ਆ ਬਾਹਰ। ਪਿੱਛੇ ਕੋਈ ਸੀਸੀਟੀਵੀ ਕੈਮਰਾ ਨਹੀਂ? ਜੇ ਕਿਸੇ ਹੋਰ ਬੱਚੇ ਨਾਲ ਮਿਸਹੈਪਨਿੰਗ ਹੁੰਦੀ ਆ, ਕੌਣ ਜ਼ਿੰਮੇਵਾਰੀ ਲੈਂਦਾ ਜੀ? ਕਿਸੇ ਹੋਰ ਬੱਚੇ ਦੇ ਨਾਲ ਅਜਿਹੀ ਘਟਨਾ ਨਾ ਵਾਪਰੇ, ਉਹਦੀ ਜ਼ਿੰਮੇਵਾਰੀ ਕੌਣ ਹੈ ਜੀ? ਨਹੀਂ ਸਰ ਦੇਖੋ, ਨਹੀਂ ਦੇਖੋ ਜੀ, ਆਪਾਂ ਵੇਟ ਥੋੜੀ ਕਰਨੀ ਹੁੰਦੀ ਆ, ਕਿੰਨਾ ਟਾਈਮ ਹੋਇਆ ਕੰਮ ਕਰਨ? ਆਪਾਂ ਵੇਟ ਥੋੜੀ ਕਰਨੀ ਆ ਸਰ। ਅਸੀਂ ਦੇਖੋ ਕਲੋਨੀ ਚ ਬਾਕੀ ਫੈਕਟਰੀ ਲੱਗੇ ਨੇ ਤੇ ਉੱਥੇ ਵੀ ਲਗਵਾ ਦਾਂਗੇ, ਕੋਈ ਐਸੀ ਗੱਲ ਨਹੀਂ। ਜੇ ਹੁਣ ਪਤਾ ਸਾਨੂੰ ਪਤਾ ਨਹੀਂ ਸੀ ਇਸ ਤਰ੍ਹਾਂ ਵੀ ਹੋ ਜਾਊਗਾ ਕਰਨਾ, ਉਹ ਤੱਕ ਕਦੇ ਹੋਈ ਨਹੀਂ। ਸਰ ਜਿਹੜੀ ਬੱਚੀ ਨਾਲ ਘਟਨਾ ਹੋਈ ਆ, ਕਿੰਨੀ ਕੁ ਉਮਰ ਸੀ ਤੇ ਕੀ ਹੋਈ ਆ ਉਹਦੇ ਵਿੱਚ ਕਾਰਵਾਈ? ਬਹੁਤ ਹੀ ਮਾੜੀ ਘਟਨਾ ਸੀਗੀ ਜੀ, ਵੈਰੀ ਅਨਫੋਰਚੂਨੇਟ ਇਨਸੀਡੈਂਟ। 3.5 ਸਾਲ ਦੀ ਬੱਚੀ ਸੀ, ਇੱਕ ਮਾਈਗ੍ਰੈਂਟ ਲੇਬਰ ਸੀ ਜੀ। ਇੱਥੇ ਸਾਡੇ ਇੱਕ ਫੈਕਟਰੀ ਹੈਗੀ ਆ ਅਹਿਮਦਗੜ੍ਹ ਏਰੀਆ ਦੇ ਵਿੱਚ, ਉਹਦੇ ਵਿੱਚ ਸਾਰੇ ਫੈਕਟਰੀ 'ਚ ਲੇਬਰ ਜਿਹੜੀ ਆ ਉਹ ਕੰਮ ਕਰਦੀ ਸੀ, ਤੇ ਬੱਚੀ ਦੇ ਪੇਰੈਂਟਸ ਨੂੰ ਬੱਚੀ ਨਹੀਂ ਲੱਭੀ। ਉਹਨਾਂ ਨੇ ਹੂ ਐਂਡ ਕਰਾਈ ਕੀਤਾ ਵੀ ਸਾਡੀ ਬੱਚੀ ਨਹੀਂ ਮਿਲ ਰਹੀ। ਉਹਨਾਂ ਪੁਲਿਸ ਨੇ ਇਮੀਡੀਏਟ ਐਕਸ਼ਨ ਕੀਤਾ, ਤੇ ਜਦੋਂ ਪੁਲਿਸ ਲੱਭ ਰਹੀ ਸੀਗੀ, ਸਰਚ ਕਰ ਰਹੀ ਸੀਗੀ, ਤੇ ਉਹ ਫੈਕਟਰੀ ਦੀ ਛੱਤ ਦੇ ਉੱਪਰ ਗਏ। ਉੱਥੋਂ ਉਹਨਾਂ ਨੇ ਜਾ ਕੇ ਦੇਖਿਆ ਵੀ ਉਹਦੇ ਉੱਪਰ ਬਲੱਡ ਦੇ ਉਹਨਾਂ ਨੂੰ ਸਟੇਨਸ ਮਿਲੇ, ਨਿਸ਼ਾਨ ਮਿਲੇ ਉਹਨਾਂ ਨੂੰ। ਉਹ ਜਦੋਂ ਅੱਗੇ ਗਏ ਤੇ ਉਹਦੀ ਬੈਕ ਸਾਈਡ ਦੇ ਉੱਪਰੋਂ ਥੱਲੇ ਉਹ ਇੱਕ ਬੋਰੀ ਦੇ ਵਿੱਚ ਬੱਚੀ ਦਾ ਪਹਿਲਾਂ ਰੇਪ ਹੋਇਆ ਸੀਗਾ ਜੀ, ਫਿਰ ਉਹਦਾ ਮਰਡਰ ਹੋਇਆ ਸੀ। ਉੱਪਰੋਂ ਉਹਨੂੰ ਥੱਲੇ ਸੱਟਿਆ ਗਿਆ ਸੀ। ਕਾਫੀ ਵੱਡੀ ਬਿਲਡਿੰਗ ਹੈਗੀ, ਕਾਫੀ ਲੇਬਰ ਇਕੱਠੀ ਹੋ ਗਈ ਸੀ, ਲਾਅ ਐਂਡ ਆਰਡਰ ਦੀ ਪ੍ਰੋਬਲਮ ਬਣ ਰਹੀ ਸੀਗੀ, ਕਿਉਂਕਿ ਜ਼ਾਹਰਾ ਤੌਰ 'ਤੇ ਬੜਾ ਮਾੜਾ ਇਨਸੀਡੈਂਟ ਹੈਗਾ। ਲੋਕਾਂ ਦੇ ਵਿੱਚ ਬੜਾ ਇਸ ਗੱਲ ਦਾ ਅਸਰ ਸੀਗਾ ਵੀ ਮਾੜਾ ਹੋਇਆ, ਬਟ ਸਾਡੇ ਪੁਲਿਸ ਨੇ ਉੱਥੇ ਸਾਡੀ ਲੇਡੀ SHO ਸੁਖਪਾਲ ਇੰਸਪੈਕਟਰ, ਉਹ ਇਮੀਡੀਏਟਲੀ ਮੌਕੇ 'ਤੇ ਪਹੁੰਚੇ। ਉਹਨਾਂ ਨੇ ਬਣਦੀ ਕਾਰਵਾਈ ਕੀਤੀ, ਜੋ ਫੋਰੈਂਸਿਕ ਐਵੀਡੈਂਸ ਕਲੈਕਟ ਕਰਨੀ ਸੀ ਮੌਕੇ ਤੋਂ ਕੀਤੀ, ਔਰ ਇਮੀਡੀਏਟਲੀ ਉਹਨਾਂ ਨੇ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਇਹਦਾ ਮੁਲਜ਼ਮ ਹੈਗਾ, ਇਹਦਾ ਹਰਦੋਈ ਜ਼ਿਲ੍ਹੇ ਦਾ ਰਹਿਣ ਵਾਲਾ ਭਾਨੂ ਸੀ, 32 ਸਾਲ ਦੀ ਇਹਦੀ ਉਮਰ ਹੈਗੀ ਹੈ। ਇਹ ਬੰਦਾ ਉਦੋਂ ਨਸ਼ੇ ਦੇ ਵਿੱਚ ਸੀਗਾ, ਨਸ਼ੇ ਦੇ ਲਈ
ਜਿਹੜੇ ਨਸ਼ੇ ਦੇ ਲੋਰ 'ਚ ਇਹਨੇ ਬਹੁਤ ਹੀ ਇਹ ਜਿਹੜੀ ਆ ਮਾੜੀ ਨਿਰਦਈ ਜਿਹੜੀ ਆ ਇਹ ਹਰਕਤ ਕੀਤੀ ਹੈਗੀ ਹੈ। ਉਹਨੂੰ ਇਮੀਡੀਏਟਲੀ ਅਰੈਸਟ ਕੀਤਾ ਗਿਆ। ਉਹ ਸਾਡੀ ਹੁਣ ਕਸਟਡੀ 'ਚ ਹੈਗਾ, ਅਗਲੀ ਪੁੱਛਗਿੱਛ ਉੱਥੋਂ ਚੱਲ ਰਹੀ ਹੈਗੀ ਹੈ। ਔਰ ਮੈਂ ਪੁਲਿਸ ਨੂੰ ਆਪਣੀ ਨੂੰ ਡਾਇਰੈਕਟ ਕੀਤਾ ਹੈਗਾ ਵੀ ਵਾਟਰ ਟਾਈਟ ਕੇਸ ਜਿਹੜਾ ਪੁਖਤਾ ਕੇਸ ਬਣਾਇਆ ਜਾਵੇ, ਐਵੀਡੈਂਸ ਸਾਰੀ ਮੁਕੰਮਲ ਹੋਵੇ ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਬਹੁਤ ਜਲਦੀ ਇਹਨੂੰ ਅਸੀਂ ਅਦਾਲਤ 'ਚ ਦੇਵਾਂਗੇ ਔਰ ਇਹਨੂੰ ਜਿਹੜਾ ਨਿਰਣਾਇਕ ਢੰਗ ਨਾਲ ਇਹਦੀ ਟਰਾਇਲ ਕਰਾਵਾਂਗੇ ਤਾਂ ਕਿ ਇਹਨੂੰ ਸਜ਼ਾ ਹੋ। ਜਿਹੜੀ ਹਾਲੇ ਤੱਕ ਦੀ ਇਨਵੈਸਟੀਗੇਸ਼ਨ ਉਹਦੇ ਵਿੱਚੋਂ ਤਾਂ ਇਹਨੇ ਡਰਿੰਕ ਕੀਤੀ ਹੋਈ ਸੀਗੀ ਜੀ, ਉਹਦਾ ਮੈਡੀਕਲ ਵਿੱਚ ਵੀ ਡਰਿੰਕ ਆਈ ਹੈ ਤੇ ਡਰਿੰਕ ਦੀ ਜਿਹੜੀ ਹੈਗੀ ਆ ਲੋਰ ਦੇ ਵਿੱਚ ਨਸ਼ੇ ਦੇ ਵਿੱਚ ਉਹਨੇ ਹਰਕਤ ਕੀਤੀ ਹੈ ਜੋ ਹੁਣ ਤੱਕ ਉਹਨੇ ਦੱਸਿਆ। ਬਾਕੀ ਤਫਤੀਸ਼ ਜਾਰੀ ਹੈ।